ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਲਈ ਰਵਾਨਾ ਹੋ ਗਏ ਹਨ। ਉਹ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਕੌਮੀ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਉਹਨਾਂ ਦੀ ਭਾਰਤ ਫੇਰੀ ਦੇ ਮੱਦੇਨਜ਼ਰ ਭਾਰਤ ਸਰਕਾਰ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਓਬਾਮਾ ਵਿਚਾਲੇ ਹੋਣ ਵਾਲੀ ਮੀਟਿੰਗ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ। ਦੋਵਾਂ ਆਗੂਆਂ ਵਿਚਾਲੇ ਵਪਾਰ ਤੇ ਆਰਥਿਕ, ਰੱਖਿਆ ਤੇ ਰਣਨੀਤਿਕ ਭਾਈਵਾਲੀ, ਸਾਈਬਰ ਸੁਰੱਖਿਆ ਤੇ ਅੱਤਵਾਦ ਸੰਬੰਧੀ ਮੁੱਦਿਆਂ ਉੱਤੇ ਗੱਲਬਾਤ ਹੋਵੇਗੀ। ਇਸ ਤੋਂ ਇਲਾਵਾ ਵਾਤਾਵਰਣ ਤਬਦੀਲੀ, ਨਿਵਾਉਣਯੋਗ ਊਰਜਾ ਉੱਤੇ ਵੀ ਚਰਚਾ ਹੋ ਸਕਦੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਅਕਬਰੂਦੀਨ ਨੇ ਕਿਹਾ ਹੈ ਕਿ ਮੋਦੀ ਓਬਾਮਾ ਵਿਚਾਲੇ ਮੀਟਿੰਗ ਦੌਰਾਨ ਵਿਚਾਰੇ ਜਾਣ ਵਾਲੇ ਮੁੱਦਿਆਂ ਬਾਰੇ ਪਹਿਲਾਂ ਕੁਝ ਦੱਸਿਆ ਨਹੀਂ ਜਾ ਸਕਦਾ, ਪਰ ਇਸ ਮੀਟਿੰਗ ਵਿੱਚ ਨਿਕਲਣ ਵਾਲੇ ਸਿੱਟਿਆਂ ਦੀ ਉਡੀਕ ਰਹੇਗੀ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਫੇਰੀ ਦੇ ਮੱਦੇਨਜ਼ਰ ਭਾਰਤ ਸਰਕਾਰ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਓਬਾਮਾ ਵਿਚਾਲੇ ਹੋਣ ਵਾਲੀ ਮੀਟਿੰਗ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ। ਦੋਵਾਂ ਆਗੂਆਂ ਵਿਚਾਲੇ ਵਪਾਰ ਤੇ ਆਰਥਿਕ, ਰੱਖਿਆ ਅਤੇ ਰਣਨੀਤਿਕ ਭਾਈਵਾਲੀ, ਸਾਈਬਰ ਸੁਰੱਖਿਆ ਤੇ ਅੱਤਵਾਦ ਸੰਬੰਧੀ ਮੁੱਦਿਆਂ ਉੱਤੇ ਗੱਲਬਾਤ ਹੋਵੇਗੀ। ਇਸ ਤੋਂ ਇਲਾਵਾ ਵਾਤਾਵਰਣ ਤਬਦੀਲੀ, ਨਵਿਆਉਣਯੋਗ ਊਰਜਾ ਤੇ ਵੀ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਅਕਬਰੂਦੀਨ ਨੇ ਕਿਹਾ ਹੈ ਕਿ ਮੋਦੀ ਓਬਾਮਾ ਵਿਚਾਲੇ ਮੀਟਿੰਗ ਦੌਰਾਨ ਵਿਚਾਰੇ ਜਾਣ ਵਾਲੇ ਮੁੱਦਿਆਂ ਬਾਰੇ ਪਹਿਲਾਂ ਕੁਝ ਦੱਸਿਆ ਨਹੀਂ ਜਾ ਸਕਦਾ, ਪਰ ਇਸ ਮੀਟਿੰਗ ਵਿੱਚ ਨਿਕਲਣ ਵਾਲੇ ਸਿੱਟਿਆਂ ਦੀ ਉਡੀਕ ਰਹੇਗੀ। ਕਾਂਗਰਸ ਵੱਲੋਂ ਅੰਮ੍ਰਿਤਸਰ ਵਿੱਚ ਨਸ਼ਿਆਂ ਵਿਰੁੱਧ ਲਲਕਾਰ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਵਰਕਰ ਅਤੇ ਆਗੂ ਸ਼ਾਮਲ ਹੋਏ। ਇਸ ਰੈਲੀ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪਾਰਟੀ ਦੇ ਹੋਰਨਾਂ ਕਈ ਆਗੂਆਂ ਨੇ ਸੰਬੋਧਨ ਕੀਤਾ। ਕਾਂਗਰਸ ਨੇ ਪੰਜਾਬ ਵਿੱਚ ਨਸ਼ਿਆਂ ਲਈ ਅਕਾਲੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਇਸ ਦੇ ਨਾਲ ਹੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਨਸ਼ਿਆਂ ਦੇ ਮੁੱਦੇ ਉੱਤੇ 27 ਜਨਵਰੀ ਤੋਂ ਬਾਅਦ ਜੰਤਰ ਮੰਤਰ ਉੱਤੇ ਧਰਨਾ ਲਗਾਇਆ ਜਾਵੇਗਾ। उधर इलेक्शन लड़ रहे हैं और इधर ड्रग्स के खिलाफ कुछ करना चाह रहे हैं जो उनकी सरकार करी है ड्रग्स में। 100% of the BJP's double standards. If you are interested in fighting against the drugs, then first give up your alliance with the Akalis and then come here. And you have challenged Amit Shah that whenever he comes for a rally in Amritsar or in Punjab, you will do a parallel rally. No, I can only talk about my constituency. When he comes to Amritsar, he can come and I will do a parallel rally. लोग आपको सीएम देखना चाहते हैं, क्या कहना है आप? मैं क्या कहूँ? बहुत सारे लोग यहाँ पे कह रहे थे कि कैप्टन साहब को कमान दी जाए, उनके जैसा। Look, this is not for me to say. This is the Congress President का फैसला है। कांग्रेस प्रेसिडेंट जब टाइम आएगा जो सोचेंगे वो अपने आप कहेंगे। बट चुनाव बहुत करीब है, 2 साल का वक्त रह गया। आपको लगता है कि ये फैसला जल्द होना चाहिए? Well, this is for the Congress President to decide. लेकिन आज मैं एक बता देता हूँ कि पंजाब इज टोटली इनसे दुखी है, तो इनको मोबिलाइज करना अपने स्टेट को कोई मुश्किल नहीं होगी बात। ਅਸੀਂ ਇਕੱਠੇ हैं। मेरी गल सुन लो, जो उन्होंने बारे कहना सी मैं तुहानू कह चुका एक बार। I have told the Congress President I am not going to talk about Mr. Bajo. इस रैली ਨੂੰ ਕਾਮਯਾਬ ਕਰਨ ਦੇ ਵਿੱਚ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ, ਸਟੇਜ ਤੇ ਬੈਠੇ ਸਾਰੇ ਲੀਡਰ ਸਾਹਿਬਾਨ ਔਰ ਐਡੀ ਵੱਡੀ ਗਿਣਤੀ 'ਚ ਇੱਥੇ ਇਕੱਤਰ ਹੋਏ ਮੇਰੇ ਬਜ਼ੁਰਗੋ, ਮਾਤਾओं, ਭੈਣੋ ਔਰ ਨੌਜਵਾਨ ਸਾਥੀਓ। ਅੱਜ 8 ਸਾਲ ਹੋ ਗਏ ਪੰਜਾਬ ਦੇ ਵਿੱਚ ਅਕਾਲੀ ਦਲ ਭਾਜਪਾ ਸਰਕਾਰ ਬਣੇ ਨੂੰ, ਔਰ ਇਹਨਾਂ 8 ਵਰਿਆਂ ਦੇ ਵਿੱਚ ਚਾਹੇ ਪੰਜਾਬ ਦੀ ਕਿਸਾਨੀ ਹੋਵੇ, ਚਾਹੇ ਪੰਜਾਬ ਦਾ ਕਾਰੋਬਾਰ ਹੋਵੇ, ਚਾਹੇ ਪੰਜਾਬ ਦੇ ਕਾਰਖਾਨੇ ਹੋਣ, ਪੰਜਾਬ ਹਰ ਪੱਖੋਂ ਇਸ ਸਰਕਾਰ ਦੇ कार्यकाल दे विच पिछड़िया। पर सब तो बड़ा जिहड़ा नुकसान पिछले 8 वरियां
इस सरकार ने पंजाब दा कीता है कि जिहड़ी आउण वाली पीढ़ी है उस आउण वाली पीढ़ी नूं नशिਆਂ ते ला के इन्हां ने बर्बाद कीता। ਹੁਣ ਚੱਲਦੇ ਹਾਂ ਦਿੱਲੀ, ਜਿੱਥੇ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਦਾ ਸਿੱਧਾ ਪ੍ਰਸਾरण ਚੱਲ ਰਿਹਾ है कि श्री अरविंद केजरीवाल जी को गणतंत्र दिवस का न्योता नहीं दिया गया। 15 अगस्त में स्वतंत्रता दिवस पर भी अरविंद केजरीवाल जी को नहीं बुलाया गया था और फिर ये दोबारा गणतंत्र दिवस पर भी उनको आमंत्रित नहीं किया गया, जबकि वो दिल्ली के पूर्व मुख्यमंत्री हैं और इससे पहले परंपरा ये रही है कि पूर्व मुख्यमंत्री को सरकार की ओर से 15 अगस्त और 26 जनवरी पर स्वतंत्रता दिवस और गणतंत्र दिवस पर औपचारिक रूप से निमंत्रण आता है और वो उसमें शामिल होते हैं। मेरा सिर्फ इतना कहना है कि सरकार इस मामले में दुर्भावनापूर्ण ढंग से काम कर रही है, एक सामान्य शिष्टाचार का भी निर्वहन नहीं कर रही है। राजनीतिक दल अलग अलग हो सकते हैं, लेकिन राजनीति में, लोकतंत्र में कम से कम सामान्य शिष्टाचार का पालन होना चाहिए। ऐसा लगता है कि पिछले दिनों की रैली में नरेंद्र मोदी साहब ने अरविंद केजरीवाल को लेकर जो टिप्पणी की थी कि उनको जंगल में भेज देना चाहिए नक्सलवादियों के साथ, उनकी राय हम लोगों के बारे में यही है और इसी कारण से शायद उन्होंने 26 जनवरी में भी उनको शामिल करना उचित नहीं समझा। बाकी भारतीय जनता पार्टी और कांग्रेस आम आदमी पार्टी के एजेंडे के पीछे दौड़ रहे हैं। अभी कल बिजली के ऊपर कांग्रेस का घोषणा पत्र आया और बिजली अब दोनों पार्टियों के लिए प्रमुख मुद्दा हो गया है। जब हमने आधे दाम पे बिजली दिया दिल्ली में 49 दिनों की सरकार में, तो इन्हीं पार्टियों ने कहा कि ये सब्सिडी राज ला रहे हैं, ये छूट, सरकारी छूट देके बिजली का दाम कम कर रहे हैं। आज वही कांग्रेस पार्टी कह रही है कि हम 200 यूनिट तक 1.5 रुपए यूनिट बिजली देंगे और भारतीय जनता पार्टी कह रही है कि हम आधे दाम में बिजली देंगे। इन दोनों की एलईडी के जरिए, इन दोनों के दावे पूरी तरह से खोखले और बेबुनियाद इस कारण से हैं कि 15 साल तक कांग्रेस पार्टी ने दिल्ली में अपनी सरकार चलाई और उस दौरान बिजली का दाम इतना बढ़ा के दिया प्राइवेट कंपनियों के साथ मिलकर गठजोड़ करके कि दिल्ली में हालत ये थी कि कई जगहों पे जब हम लोग झुग्गियों में जाते थे आंदोलन के दौरान, बिजली पानी आंदोलन के दौरान, तो लोगों ने बताया कि उनको अपनी पत्नी का गहना गिरवी रखना पड़ा बिजली का दाम चुकाने के लिए। ये हालत थी दिल्ली में। जब उनका 8% वोट आ रहा है कई टीवी चैनल्स के सर्वे में, जब उनकी सरकार नहीं बन रही है, तो अब वो कह रहे हैं कि हम भारी बहुमत की सरकार के साथ 1.5 रुपए यूनिट में बिजली देंगे। अब वो 25 पैसे यूनिट भी बिजली दे सकते हैं। जब उनकी सरकार ही नहीं बननी है तो जो घोषणा पत्र में मना है वो कुछ भी लिख दें। इसी तरह से बीजेपी का मामला है। बीजेपी ने कहा था हम 30% बिजली का दाम कम करेंगे। 7 महीने से दिल्ली में मोदी जी की सरकार है। दिल्ली को लेके केंद्र में बजट भी आया सदन के अंदर और उस बजट में 30% बिजली को कम करने का, दाम कम करने का कोई भी प्रावधान नहीं किया गया, कोई कार्रवाई नहीं की गई। इसका मतलब दोनों पार्टियां झूठे वादे चुनाव के समय में कर रही हैं, जबकि वास्तविकता में अगर कोई पार्टी बिजली का दाम आधा कर सकती है, बिजली कंपनियों की जांच करा सकती है, तो वो आम आदमी पार्टी है, क्योंकि हमने ये 49 दिनों के अंदर करके दिखाया है और हमारी पार्टी इसके प्रति पूरी तरह से प्रतिबद्ध है। जब जैसे ही सरकार बनेगी हम फिर से दिल्ली में बिजली का दाम आधा करेंगे और पानी मुफ्त करने का काम करेंगे। बाकी सारे मुद्दे जो है वो हमने डेली डायलॉग के माध्यम से तय किया है, उसको भी करने का काम करेंगे। about the kind of cases that they have against them. I mean, what do you have to say about
मैं ये मानता हूं कि पार्टी के अंदर एक कंप्लेंट कमेटी है और एक लोकपाल की संस्था है। पार्टी में ने एक नहीं बार बार आप लोगों के सामने भी कहा है, आज फिर से दोहरा दे रहे हैं, अंतिम दिन तक हमारे किसी कैंडिडेट के खिलाफ भ्रष्टाचार से संबंधित, अपराध से संबंधित और उसके चरित्र से संबंधित कोई शिकायत मिलेगी तो हम उसका कैंडिडेचर पार्टी की ओर से अनाउंस करके वापस ले लेंगे और लोगों से कहेंगे कि ऐसे व्यक्ति को आप वोट मत दीजिए। ये हमारा शुरू से लोकसभा चुनाव में भी और पिछले विधानसभा चुनाव में भी ये हमारा स्टैंड रहा है। शिकायतें 12 आए या 120 आए या 200 आए, लेकिन उसके लिए हमने कंप्लेंट कमेटी बना रखी है 3 लोगों की, जिसमें प्रोफेसर आनंद कुमार साहब उसके अध्यक्ष हैं, उसमें आशीष खेतान जी भी हैं और उस कमेटी में ऋषि कुमार जी भी हैं जो हमारे अधिवक्ता हैं पार्टी के। दूसरी जो सबसे बड़ी बॉडी है लोकपाल की, उनके साथ भी 5-7 लोगों की एक कमेटी दिल्ली के अंदर प्रत्याशियों के जो शिकायत आई थी उसकी जांच करने के लिए बनाई गई थी। और उसके बाद हमारे पार्टी के संविधान और नियम में लिखा हुआ है कि लोकपाल का निर्णय अंतिम निर्णय होता है। लोकपाल का जो फैसला होता है वो अंतिम फैसला होता है। लोकपाल ने 2 लोगों की टिकट रद्द की, 2 लोगों की टिकट कैंसिल की शिकायतों के आधार पे, और मुझे लगता है पार्टी के सभी लोगों को उसको सम्मान करना चाहिए। संजय जी, इसी से जुड़ा एक सवाल है। ये कहा जा रहा है कि प्रशांत भूषण जी जो आपकी पार्टी के एक बहुत ही एक्टिव मेंबर हैं, इस चुनाव में बिल्कुल इनएक्टिव दिख रहे हैं और ये कहा जा रहा है कि शायद टिकट बंटवारे से वो खुश नहीं है। अंदर खाने ये भी खबर आ रही है। ਗਣਤੰਤਰ ਦਿਵਸ ਦੇ ਸਮਾਗਮ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਫੇਰੀ ਨੂੰ ਲੈ ਕੇ ਦੇਸ਼ ਦੀਆਂ ਖੱਬੇ ਪੱਖੀ ਪਾਰਟੀਆਂ ਵੱਲੋਂ ਬਰਨਾਲਾ ਵਿਖੇ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਓਬਾਮਾ ਵਾਪਸ ਜਾਓ ਦੀ ਮੰਗ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਦੀ ਸਿਕਿਉਰਿਟੀ ਨੂੰ ਲੈ ਕੇ ਅਮਰੀਕਾ ਵੱਲੋਂ ਭਾਰਤੀ ਸਿਕਿਉਰਿਟੀ ਉੱਤੇ ਵਿਸ਼ਵਾਸ ਨਾ ਕਰਨਾ ਦੇਸ਼ ਦੀ ਬਦਨਾਮੀ ਹੈ ਤੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ। ਇਸ ਦੇ ਰੋਸ ਵਜੋਂ ਬਰਨਾਲਾ ਵਿੱਚ ਸਾਰੇ ਖੱਬੇ ਪੱਖੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਓਬਾਮਾ ਦੀ फेरी के विरोध में बरनाला च रोस मार्च किया और मोदी सरकार के पुतले साड़े। अमरीका का जिहड़ा राष्ट्रपति आ ओबामा 26 जनवरी नूं मुख मेहमान बनाया इन्हें मोदी ने, ते असीं समझदे हां भी साडे हिंदुस्तान की जिहड़ी प्रभुसत्ता गी ਉਹਦੇ ਤੇ ਇਹ ਇੱਕ ਸਿੱਧਾ ਹਮਲਾ ਗਾ ਤੇ ਮਸਾਂ ਅਸੀਂ ਜਿਹੜਾ ਦੇਸ਼ ਆ ਉਹ ਅੰਗਰੇਜ਼ਾਂ ਤੋਂ ਰਾਜ ਕਰਾਇਆ ਸੀਗਾ, ਪਰ ਉਹੋ ਜਿਹੀਆਂ ਹੀ ਸ਼ਕਤੀਆਂ ਨੂੰ ਫੇਰ ਇਹ ਜਿਹੜਾ ਮੋਦੀ ਆ ਇਹ ਹਿੰਦੁਸਤਾਨ ਦੇ ਵਿੱਚ ਲਿਆ ਰਿਹਾ ਤੇ ਜਿਹੜੀਆਂ ਨਵਆਧਾਰਵਾਦੀ ਨੀਤੀਆਂ ਜਿਨ੍ਹਾਂ ਦੇ ਕਾਰਨ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਤੇ ਵਿਦਿਆਰਥੀਆਂ ਨੂੰ ਕੋਈ ਮਤਲਬ ਕਿੱਤਾ ਨਹੀਂ ਮਿਲਦਾ, ਜਿਹੜੇ ਨੌਜਵਾਨ ਨੇ ਉਹ ਬੇਰੁਜ਼ਗਾਰ ਨੇ, ਉਹ ਸਾਰੀਆਂ ਦੀਆਂ ਸਾਰੀਆਂ ਨੀਤੀਆਂ ਨਵਆਧਾਰਵਾਦੀ ਨੀਤੀਆਂ ਦੇ ਕਾਰਨ ਹੋ ਰਿਹਾ ਗਾ, ਜਿਹਦੇ ਲਈ ਇਹ ਅਮਰੀਕਾ ਤੇ ਹੋਰ ਜਿਹੜੀਆਂ ਸਾਮਰਾਜੀ ਸ਼ਕਤੀਆਂ ਨੇ ਉਹ ਜ਼ਿੰਮੇਵਾਰ ਨੇ। दिल्ली में भाजपा के मुख मंत्री अहुदे की दावेदार किरण बेदी जोरों शोरों नाल अपना चोण प्रचार कर रहे हैं। अपने हल्के में लोगों नाल मुलाकात करदियां कहा कि इस दुनिया उत्ते कुछ भी मुफ्त नहीं मिलता, हर चीज़ की कीमत चुकानी पैंदी है। किरण बेदी ने कहा कि वह लोगों की सेवा तां ही कर सकते हैं जे दिल्ली में भाजपा की सरकार बनेगी। आपको अगर अच्छा प्रशासन चाहिए तो आपको भाजपा की सरकार अब लानी होगी, उसकी मैं प्रतिनिधित्व कर रही हूं। सारी दिल्ली में अगर आपको अच्छा प्रशासन चाहिए, स्थिर प्रशासन चाहिए, जो टिक के काम करे, तो आपको भाजपा और कमल पर मोहर लगानी होगी। अगर आप गुमराह हो गए, किसी ने आपको कह दिया ये मुफ्त मिलेगा, ये मुफ्त मिलेगा, जब कुछ चीज मुफ्त मिलती है तो कुछ नहीं मिलता। मुफ्त की कोई कीमत नहीं होती। अगर आप उसके लिए 1 रुपया भी खर्च, मैंने ऐसे स्कूल देखे हैं जहाँ कहते हैं मुफ्त मुफ्त, वो बच्चे ही नहीं जाते क्योंकि उसकी कीमत ही नहीं समझते। जब आप 1 रुपया भी देते हो तो बच्चा जाता है कि मेरी मम्मी ने 1 रुपया दिया, लेकिन जब मुफ्त होता है तो उसकी कोई कीमत नहीं होती। जब इवन 1 रुपया भी होता है तो उसकी कीमत होती है। साथियों, अगर आप चाहते हो कि मैं आपकी सेवा करूं तो मुझे पहले भाजपा की सरकार देनी होगी, तब मैं सेवा कर सकूंगी, नहीं तो नहीं। क्योंकि जब तक आपका सरकार नहीं बनेगी तो प्रशासन कैसे होगा।
आप मेरी बात समझ रहे हैं? मैंने देखा है यहाँ पर आपको मीठे पानी की समस्या है, आप 20 रुपए का कैन लाते हैं, यही बात है। आपके पास एटीएम कोई नहीं है, एटीएम ला सकते हैं, आप एटीएम से भी ले सकेंगे। अब एटीएम का क्या रेट होगा हम लोग बस्ती में मीटिंग करके फैसला करेंगे। समझे मेरी बात समझे कुछ कि नहीं? स्कूलों में जो आधा स्कूल के टाइम पर बंद हो जाते हैं, मैं डबल स्कूल चलाऊंगी, डबल शिफ्ट में अगर कंप्यूटर नहीं सीख रहे या आपको ट्यूशन चाहिए तो दूसरी एडमिशन मिल सकती है, तो इसका मतलब आपकी पढ़ाई बेटर हो सकती है। ਪੰਜਾਬ ਦੇ ਧੂਰੀ ਵਿਧਾਨ ਸਭਾ ਖੇਤਰ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਗਤ ਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਧੂਰੀ ਵਿਧਾਨ ਸਭਾ ਖੇਤਰ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਉਹਨਾਂ ਬਸੰਤ ਦੇ ਸ਼ੁਭ ਮੌਕੇ ਲੋਕਾਂ ਨੂੰ ਵਧਾਈਆਂ ਦਿੰਦਿਆਂ ਦੇਸ਼ ਵਿੱਚ ਸ਼ਾਂਤੀ ਅਤੇ ਭਾਈਚਾਰੇ ਦੀ ਕਾਮਨਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਨੂੰ ਪਿੰਡਾਂ ਦੀ ਮੁੱਖ ਸਮੱਸਿਆ ਦੱਸਿਆ। लैंड एक्ट बारे उन्होंने कहा कि किसान दे हक दा ख्याल हर सरकार नूं रखना चाहिए अते वो केंद्र सरकार नूं इस बारे अपील करेंगे। कैप्टन अमरिंदर सिंह दी ललकार रैली बारे पूछे जाण उत्ते उन्होंने कहा कि रैली करना सब दा अधिकार है। सब तो ज़्यादा तो जिहड़े सारे पंजाब च है इत्थे भी है गंदे पानी का निकास, क्योंकि पिंडां 'च छप्पड़ हुंदे सन, वो कुछ तो लोगों ने रोक ले, कुछ पानी की बहुत ज़्यादा अगे नाल जरूरत हो गई, आबादी बढ़ गई, वो छप्पड़ां 'चों पानी हुण गंदा भी होण लग गया, वो फिर अगां गंदे पानी का निकास सब तो वड्डा। अमन शांति ते भाईचारक सांझ सब तो जरूरी है कि अमन शांति पंजाब च रहे, भाईचारक सांझ रहे, पंजाब तरक्की करे, पंजाब खुशहाली। मैं कुछ नहीं कहना, हर एक पार्टी का हक है कि जो प्रोग्राम बनावे अपना बनावे, सानू उन्हां ते की इतराज़ है। ਧੂਰੀ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਪਾਣੀ ਦੀ ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਲਾਈਨਮੈਨਾਂ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਥੱਲੇ ਉਤਰ ਆਏ ਹਨ। 4000 ਬੇਰੁਜ਼ਗਾਰ ਲਾਈਨਮੈਨਾਂ ਦੀ ਭਰਤੀ ਨੂੰ ਲੈ ਕੇ ਅਤੇ ਆਪਣੇ ਸਾਥੀਆਂ ਉੱਤੇ ਦਰਜ ਕੀਤੇ ਗਏ ਮਾਮਲਿਆਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨਕਾਰੀ ਤੇਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ ਉੱਤੇ ਜਾ ਚੜ੍ਹੇ ਸਨ। ਪ੍ਰਸ਼ਾਸਨ ਨੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਆਗੂਆਂ ਨਾਲ ਗੱਲ ਕਰਕੇ ਉਹਨਾਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਹੈ। ਸਾਥੀ ਹਰਜੀਤ ਸਿੰਘ ਇਹ ਪੈਟਰੋਲ ਦੀਆਂ ਬੋਤਲਾਂ ਲੈ ਕੇ ਇੱਥੇ ਟੈਂਕੀ ਤੇ ਚੜੇ ਸੀਗੇ ਤੇ ਸਾਡੀ ਜਿਹੜੀ ਭਰਤੀ ਹੈ ਜਿਹੜੀ ਉਹ 2011 ਤੋਂ ਲਮਕਦੀ ਆ ਰਹੀ ਆ 5000 ਦੀ, ਜਿਹਦੇ ਚ 1000 ਨੂੰ ਨਿਯੁਕਤੀ ਪੱਤਰ ਦਿੱਤੇ ਸੀ, 4000 ਦਾ ਮਸਲਾ ਜਿਹੜਾ ਉਹ ਲਮਕ ਰਿਹਾ ਸੀ। ਪਰ ਪਾਵਰਕਾਮ ਨੇ ਪਿਛਲੇ ਸਮੇਂ 2013 ਦੇ ਵਿੱਚ ਨਵਾਂ ਇਸ਼ਤਿਹਾਰ ਜਾਰੀ ਕਰਤਾ ਸੀ ਪਿਛਲੇ ਨੂੰ ਅਣਗੌਲਿਆ ਕਰਕੇ। ਸੋ ਅੱਜ ਸੀਐਮ ਸਾਹਿਬ ਨੇ ਪਾਵਰ ਸੈਕਟਰੀ ਨੂੰ ਸਿੰਥੈਟਿਕ ਡਰੱਗ ਮਾਮਲੇ ਵਿੱਚ ਕਾਬੂ ਕੀਤੇ ਗਏ ਜਗਦੀਸ਼ ਪੋਲਾ ਵੱਲੋਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਚਲਾਏ ਜਾ ਰਹੇ ਕੇਸ ਵਿੱਚ ਸੁਣਵਾਈ ਨਹੀਂ ਹੋ ਸਕੀ। ਪੋਲਾ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਦੀ ਅਰਜ਼ੀ ਉੱਤੇ ਪਟਿਆਲਾ ਦੀ ਅਦਾਲਤ ਵਿੱਚ ਸੁਣਵਾਈ ਸੀ। ਇਸ ਕੇਸ ਦੀ ਸੁਣਵਾਈ 7 ਫਰਵਰੀ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਪੋਲਾ ਦੇ ਵਕੀਲ ਸਤੀਸ਼ ਕਰਕਰਾ ਦੀ ਅਰਜ਼ੀ ਉੱਤੇ ਅਦਾਲਤ ਵੱਲੋਂ ਜਾਰੀ ਹਦਾਇਤ ਕਰਕੇ ਹੀ 4 ਪੇਸ਼ੀਆਂ ਬਾਅਦ ਪੋਲਾ ਨੂੰ 19 ਜਨਵਰੀ ਨੂੰ ਅਦਾਲਤ ਲਿਆਂਦਾ ਗਿਆ ਸੀ, ਪਰ ਈਡੀ ਦੇ ਸਹਾਇਕ ਡਾਇਰੈਕਟਰ ਨਿਰੰਜਨ ਸਿੰਘ ਦੇ ਹੋਏ ਤਬਾਦਲੇ ਕਾਰਨ ਈਡੀ ਦੀ ਟੀਮ ਉਸ ਦਿਨ ਅਦਾਲਤ ਵਿੱਚ ਪੁੱਜ ਨਾ ਸਕੀ। ਪਰ ਹੁਣ ਈਡੀ ਦੇ ਵਕੀਲ ਹਾਜ਼ਰ ਨਹੀਂ ਹੋ ਸਕੇ। ਇਸੇ ਦੌਰਾਨ ਈਡੀ ਦੇ ਜਨਰਲ ਕੇਸ ਦੀ ਵੀ ਸੁਣਵਾਈ ਸੀ ਜੋ 6 ਫਰਵਰੀ ਤੇ ਪੈ ਗਈ ਹੈ। ਇਸ ਮੌਕੇ ਜਗਦੀਸ਼ ਪੋਲਾ ਸਮੇਤ ਮਨਿੰਦਰ ਸਿੰਘ ਬਿੱਟੂ, ਵਰਿੰਦਰ ਰਾਜਾ ਅਤੇ ਸੁਖਜੀਤ ਸਿੰਘ ਸੁੱਖਾ ਨੂੰ ਵੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਲਿਆਂਦਾ ਗਿਆ। ਬਿੱਟੂ ਔਲਖ ਵੱਲੋਂ ਈਡੀ ਅਧਿਕਾਰੀਆਂ ਉੱਤੇ ਰਿਮਾਂਡ ਦੌਰਾਨ ਖਾਲੀ ਕਾਗਜ਼ਾਂ ਉੱਤੇ ਦਸਤਖਤ ਕਰਵਾਉਣ ਦੇ ਦੋਸ਼ਾਂ ਸੰਬੰਧੀ ਅਰਜ਼ੀ ਦੀ ਸੁਣਵਾਈ ਵੀ ਅੱਗੇ ਪੈ ਗਈ ਹੈ। ਸਾਡੇ ਮਤਲਬ ਦੀ ਗੱਲ ਪਈ ਨਹੀਂ। ਅਸੀਂ ਕਹਿੰਦੇ ਜਿੱਦਾਂ ਸੈਂਟਰਲ ਏਜੰਸੀ ਉਹ ਕਰ ਰਹੀ ਹੈ ਨਾ, ਇੱਦਾਂ ਹੀ ਸੀਬੀਆਈ ਜਾਂਚ ਕਰੇ ਕ੍ਰਿਮੀਨਲ ਕੇਸ ਨੂੰ। ਪਲਾਂਟੇਸ਼ਨ ਹੋਈਆਂ ਨੇ, ਹਰਦਿਆਲ ਸਿੰਘ ਮਾਨ ਨੇ ਇੰਨਾ ਕੁ ਧੱਕਾ ਕੀਤਾ। ਮੈਂ ਤੁਹਾਨੂੰ ਇਹ ਗੱਲ ਕਹਿ ਦਿੰਦਾ ਵੀ ਇਹਦੀ ਮੈਂ ਆਪਣੀ ਮਾਂ ਦਾ ਦੁੱਧ ਪੀਤਾ, ਜੇ ਹਰਦਿਆਲ ਮਾਨ ਨੇ ਆਪਣੀ ਮਾਂ ਦਾ ਦੁੱਧ ਪੀਤਾ ਮੇਰੇ ਨਾਲ ਬਹਿਸ ਕਰ ਲੈ ਕਿਤੇ ਵੀ, ਪੰਜਾਬ ਸਰਕਾਰ ਦਾ ਬੇੜਾ ਗਰਕ ਕਰਤਾ ਉਹਨੇ ਬੰਦੇ ਨੇ। बिल्कुल झूठे लिया के कोई बॉम्बे तो कोई अमृतसर तो लिया के बेड़ा गर्क कर। एनफोर्समेंट की तरफ से आज खुद गुरनाम सिंह डायरेक्टर इन्फोर्समेंट आए हुए थे, जिन्होंने खुद ही बेल एप्लीकेशन की रिप्लाई फाइल की है आज, और उन्होंने रिक्वेस्ट की थी कोर्ट को
कि आज उनका स्पेशल पब्लिक प्रोसिक्यूटर आ नहीं सकता बीमारी की वजह से, और नेक्स्ट डेट जो है बेल एप्लीकेशन के ऊपर जो आर्गूमेंट होनी है उसके लिए उसने रिक्वेस्ट की थी कोर्ट को, जो कि कोर्ट ने उनको अलाउ कर दिया है कि 7 फरवरी को आर्गूमेंट के लिए या तो गुरनाम सिंह जी खुद जो डायरेक्टर हैं बेल एप्लीकेशन पे बहस करेंगे, या फिर उनका स्पेशल पब्लिक प्रोसिक्यूटर आएगा और उस दिन जो है डेफिनेटली बेल एप्लीकेशन पे आर्गूमेंट होगा। ये इसके लिए ही अर्जन किया गया है। ਅੰਮ੍ਰਿਤਸਰ ਵਿਖੇ ਲੜਕੀਆਂ ਨੇ ਬਸੰਤ ਦਾ ਤਿਉਹਾਰ ਬੜੀ ਖੁਸ਼ੀ ਅਤੇ ਧੂਮਧਾਮ ਨਾਲ ਮਨਾਇਆ। ਇਸ ਮੌਕੇ ਪਤੰਗਬਾਜ਼ੀ ਜ਼ੋਰਾਂ ਉੱਤੇ ਹੋਈ ਅਤੇ ਲੜਕੀਆਂ ਨੇ ਗਿੱਧਾ ਪਾ ਕੇ ਬਸੰਤ ਦਾ ਸਵਾਗਤ ਕੀਤਾ। ਇਸ ਦੌਰਾਨ ਦੇਵੀ ਸਰਸਵਤੀ ਦੀ ਪੂਜਾ ਵੀ ਕੀਤੀ ਗਈ ਅਤੇ ਪੀਲੇ ਕੱਪੜੇ ਪਾ ਕੇ ਇਸ ਤਿਉਹਾਰ ਨੂੰ ਸ਼ਰਧਾ ਨਾਲ ਮਨਾਇਆ ਗਿਆ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਧੰਨਵਾਦ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।